ਵੈਲਕਮ ਇਨ ਦੀ ਕਲਾਸ। ਅੱਜ ਆਪਣੀ ਸੈਕੰਡ ਯੂਨਿਟ ਫਿਜ਼ਿਕਸ ਚੈਪਟਰ 1 ਮੋਸ਼ਨ ਇਨ ਅ ਸਟ੍ਰੇਟ ਲਾਈਨ ਆਪਾਂ ਇਹ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਇੰਟਰੋਡਕਸ਼ਨ ਵਿੱਚ ਦੇਖੋ ਕੀ ਆ ਸਟੈਟਿਕਸ ਤੇ ਡਾਇਨਾਮਿਕਸ। ਹੁਣ ਆਪਣੇ ਕੋਲ ਕੀ ਮਕੈਨਿਕਸ ਦੀਆਂ ਦੋ ਮੇਨ ਬ੍ਰਾਂਚਿਸ ਆ, ਤਾਂ ਇਹਨਾਂ ਦੇ ਵਿੱਚ ਆਪਾਂ ਡਿਫਾਈਨ ਕਰਾਂਗੇ, ਪੜਾਂਗੇ ਕਿ ਸਟੈਟਿਕ ਤੇ ਡਾਇਨਾਮਿਕ ਕਿਹਨਾਂ ਨੂੰ ਮੈਂਸ਼ਨ ਕਰਦੇ ਨੇ, ਇਹਦੇ ਵਿੱਚ ਕਿਹੜੀਆਂ ਸਟੇਟਸ ਹੁੰਦੀਆਂ ਨੇ ਕਿਸੇ ਵੀ ਆਬਜੈਕਟ ਦੀਆਂ। ਤਾਂ ਸਟੈਟਿਕਸ ਦੇ ਵਿੱਚ ਕੀ ਹੈ, ਜਿਹੜਾ ਵੀ ਆਪਾਂ ਨੂੰ ਬੋਡੀ ਜਾਂ ਆਬਜੈਕਟ ਦਿੱਤਾ ਹੋਊਗਾ ਉਹ ਕਿ ਹਮੇਸ਼ਾ ਹੀ ਰੈਸਟ ਦੇ ਉੱਪਰ ਪਿਆ ਹੋਊਗਾ, ਮਤਲਬ ਉਹਨੇ ਇੱਕ ਜਗ੍ਹਾ ਤੇ ਹੀ ਪਏ ਰਹਿਣਾ, ਉਹਨੇ ਮੂਵ ਨਹੀਂ ਕਰਨਾ। ਬਟ ਡਾਇਨਾਮਿਕਸ ਦੇ ਵਿੱਚ ਕੀ ਹੋਊਗਾ, ਆਬਜੈਕਟ ਹਮੇਸ਼ਾ ਹੀ ਮੋਸ਼ਨ ਦੇ ਵਿੱਚ ਹੋਊਗਾ। ਹੁਣ ਜੇ ਕਿਸੇ ਵੀ ਮੋਸ਼ਨ ਦਾ ਆਪਾਂ ਦੇਖ ਰਹੇ ਹਾਂ ਕਿ ਕਿਸੇ ਆਬਜੈਕਟ ਦਾ ਯੂਨੀਫਾਰਮ ਮੋਸ਼ਨ ਆ, ਚਾਹੇ ਉਹਦੇ ਉੱਪਰ ਕੀ ਬਹੁਤ ਜ਼ਿਆਦਾ ਨੰਬਰ ਆਫ ਫੋਰਸਿਸ ਐਕਟ ਕਰ ਰਹੀਆਂ ਨੇ, ਤਾਂ ਉੱਦਾਂ ਦਾ ਫੋਰਸ ਕੀ ਹੋਊਗਾ, ਹਮੇਸ਼ਾ ਹੀ ਇਕੁਇਲਿਬਰੀਅਮ 'ਚ। ਯੂਨੀਫਾਰਮ ਮੋਸ਼ਨ ਆਪਾਂ ਅੱਗੇ ਡਿਫਾਈਨ ਕਰਾਂਗੇ। ਤਾਂ ਹੁਣ ਇਹਨਾਂ ਦੇ ਵਿੱਚ ਕੀ ਆ, ਕਾਈਨਾਮੈਟਿਕਸ ਤੇ ਡਾਇਨਾਮਿਕਸ। ਕਾਈਨਾਮੈਟਿਕਸ ਦੇ ਵਿੱਚ ਆਪਣੇ ਕੋਲ ਕੀ ਆ ਕਿ ਕਿਸੇ ਵੀ ਆਬਜੈਕਟ ਦਾ ਜਿਹੜਾ ਮੋਸ਼ਨ ਆ ਉਹਨੂੰ ਆਪਾਂ ਸਟੱਡੀ ਕਰਨਾ, ਬਟ ਕਿਵੇਂ ਸਟੱਡੀ ਕਰ ਰਹੇ ਹਾਂ, ਵਿਦਾਊਟ ਟੇਕਿੰਗ ਇਨਟੂ ਅਕਾਊਂਟ ਦੀ ਕਾਜ਼ ਆਫ ਦੇਅਰ ਮੋਸ਼ਨ, ਕਿ ਜਿਹੜਾ ਉਹਦਾ ਮੋਸ਼ਨ ਹੋਇਆ ਕਿਸੇ ਆਬਜੈਕਟ ਦਾ ਕਿਹਦੇ ਕਾਰਨਾਂ ਕਰਕੇ ਹੋਇਆ, ਤਾਂ ਉਹਦੇ ਕਾਰਨਾਂ ਨੂੰ ਆਪਾਂ ਡਿਸਕਸ ਨਹੀਂ ਕਰਨਾ, ਤਾਂ ਉਹ ਕਿਹਨਾਂ ਦੇ ਵਿੱਚ ਆ ਜਾਣਗੇ, ਕਾਈਨਾਮੈਟਿਕਸ 'ਚ। ਡਾਇਨਾਮਿਕਸ ਦੇ ਵਿੱਚ ਆਪਣੇ ਕੋਲ ਕੀ ਹੋਊਗਾ ਕਿ ਆਪਾਂ ਉਹਨਾਂ ਹੀ ਕਾਰਨਾਂ ਨੂੰ, ਉਹਨਾਂ ਹੀ ਕਾਜ਼ਿਸ ਨੂੰ ਕੰਸੀਡਰ ਕਰਕੇ ਚੱਲਾਂਗੇ। ਮੇਨ ਅਕਾਊਂਟ ਹੋਊਗਾ ਉਹਨਾਂ ਦਾ ਕਿ ਕਿਉਂ ਉਹਨਾਂ ਦਾ ਕੀ ਇਫੈਕਟ ਪਿਆ, ਕਿ ਜਦੋਂ ਕਿਸੇ ਬੋਡੀ ਦੇ ਉੱਪਰ ਜਾਂ ਕਿਸੇ ਆਬਜੈਕਟ ਦੇ ਉੱਪਰ ਕਿਸੇ ਫੋਰਸ ਨੇ ਐਕਟ ਕਰਨਾ ਸ਼ੁਰੂ ਕੀਤਾ, ਤਾਂ ਉਹ ਕਿਹੜੀ ਸਟੇਟ ਹੋ ਜਾਊਗੀ, ਡਾਇਨਾਮਿਕਸ। ਹੁਣ ਇਸ ਤਰ੍ਹਾਂ ਨੈਕਸਟ ਹੈ ਰੈਸਟ ਐਂਡ ਮੋਸ਼ਨ। ਤਾਂ ਰੈਸਟ ਐਂਡ ਮੋਸ਼ਨ ਆਪਣੇ ਕੋਲ ਕੀ ਹੈ, ਰਿਲੇਟਿਵ ਟਰਮ ਨੇ, ਕਿ ਜੇ ਆਪਾਂ ਕਿਸੇ ਵੀ ਆਬਜੈਕਟ ਦੀ ਗੱਲ ਕਰ ਰਹੇ ਹਾਂ ਤਾਂ ਉਹ ਆਪਣੇ ਕੋਲ ਕੀ ਮੋਸ਼ਨ ਦੇ ਵਿੱਚ ਕਦੋਂ ਆਊਗਾ, ਜਦੋਂ ਉਹਨੇ ਆਪਣੀ ਪੋਜੀਸ਼ਨ ਨੂੰ ਚੇਂਜ ਕਰਨਾ ਵਿਦ ਰਿਸਪੈਕਟ ਟੂ ਇਟਸ ਸਰਾਊਂਡਿੰਗ, ਕਿ ਜਿਵੇਂ ਜਿਵੇਂ ਟਾਈਮ ਵਧੀ ਜਾਂਦਾ ਤਾਂ ਸਰਾਊਂਡਿੰਗ ਦੇ ਰਿਸਪੈਕਟਿਵਲੀ ਆਪਾਂ ਦੇਖਾਂਗੇ ਕਿ ਉਸ ਬੋਡੀ ਜਾਂ ਆਬਜੈਕਟ ਦੀ ਪੋਜੀਸ਼ਨ ਦੇ ਵਿੱਚ ਕਿੰਨਾ ਚੇਂਜ ਆਇਆ। ਕਿ ਜੇ ਹੁਣ ਤੁਸੀਂ ਇੱਕ ਜਗ੍ਹਾ ਦੇ ਉੱਪਰ ਖੜ੍ਹੇ ਹੋ ਤਾਂ ਤੁਹਾਡੇ ਕੋਲੋਂ ਕਿੰਨੇ ਵਹੀਕਲਸ ਲੰਘ ਰਹੇ ਨੇ, ਚਾਹੇ ਤਾਂ ਕੋਈ ਪਰਸਨ ਆ ਕੋਈ ਤੁਰਿਆ ਜਾ ਰਿਹਾ ਹੈ ਜਾਂ ਕੋਈ ਬੱਸ ਦੇ ਵਿੱਚ ਬੈਠਾ ਹੈ, ਤਾਂ ਤੁਸੀਂ ਕੀ ਸਰਾਊਂਡਿੰਗ ਦੇ ਵਿੱਚ ਹੋ ਜਾਓਗੇ, ਤਾਂ ਤੁਹਾਡੇ ਰਿਸਪੈਕਟਿਵਲੀ ਕਿੰਨੇ ਪਰਸਨ ਉੱਥੋਂ ਦੀ ਲੰਘ ਗਏ ਆ, ਤਾਂ ਉਹ ਵੀ ਮੋਸ਼ਨ ਦੇ ਵਿੱਚ ਹੋ ਗਏ। ਜਿੰਨੇ ਵਹੀਕਲ, ਜਿੰਨੀਆਂ ਗੱਡੀਆਂ ਤੁਹਾਡੇ ਕੋਲ ਦੀ ਲੰਘ ਕੇ ਜਾ ਰਹੀਆਂ ਨੇ, ਤਾਂ ਉਹ ਵੀ ਸਾਰੀਆਂ ਕੀ ਨੇ, ਮੋਸ਼ਨ ਦੇ ਵਿੱਚ। ਬਟ ਤੁਸੀਂ ਇੱਕ ਜਗ੍ਹਾ ਦੇ ਉੱਪਰ ਖੜ੍ਹੇ ਹੋ ਤਾਂ ਤੁਸੀਂ ਕੀ ਆ, ਰੈਸਟ ਦੇ ਵਿੱਚ ਹੋ। ਤਾਂ ਆਬਜੈਕਟ ਆਪਣੇ ਕੋਲ ਕਿ ਜੇ ਪੋਜੀਸ਼ਨ ਚੇਂਜ ਨਹੀਂ ਕਰ ਰਿਹਾ, ਕਿ ਜੇ ਹੁਣ ਤੁਸੀਂ ਇੱਕੋ ਜਗ੍ਹਾ ਦੇ ਉੱਪਰ ਖੜ੍ਹੇ ਹੋਏ ਹੋ ਤਾਂ ਟਾਈਮ ਤਾਂ ਲਗਾਤਾਰ ਵਧੀ ਜਾ ਰਿਹਾ, ਤਾਂ ਤੁਸੀਂ ਕਿਹਦੇ ਵਿੱਚ ਹੋਵੋਗੇ, ਰੈਸਟ ਦੇ ਵਿੱਚ। ਹੁਣ ਇਸੇ ਤਰ੍ਹਾਂ ਨੈਕਸਟ ਆਪਣੇ ਕੋਲ ਕਿ ਪੁਆਇੰਟ ਆਬਜੈਕਟ ਕੀ ਹੁੰਦਾ ਹੈ। ਤਾਂ ਜੇ ਆਪਾਂ ਮਕੈਨਿਕਸ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਜੇ ਕਿਸੇ ਵੀ ਆਬਜੈਕਟ ਦਾ ਮੋਸ਼ਨ ਆਪਾਂ ਸਟੱਡੀ ਕਰਨਾ ਚਾਹੁੰਦੇ ਹਾਂ, ਤਾਂ ਉਹਨਾਂ ਦੀ ਡਾਇਮੈਂਸ਼ਨਸ ਆਪਣੇ ਕੋਲ ਕੀ ਜ਼ਿਆਦਾ ਇੰਪੋਰਟੈਂਸ ਦੀਆਂ ਨਹੀਂ ਹੁੰਦੀਆਂ। ਕਿ ਜੇ ਹੁਣ ਆਪਣੇ ਕੋਲ ਕੋਈ ਪਰਸਨ ਦਿੱਤਾ ਜਾਂ ਕੋਈ ਵਹੀਕਲ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਇੱਕ ਪਲੇਸ ਤੋਂ ਦੂਜੇ ਪਲੇਸ ਤੱਕ ਕੀ ਆ, ਮੂਵ ਕਰ ਰਿਹਾ ਹੈ। ਤਾਂ ਹੁਣ ਉਹਨਾਂ ਦੇ ਵਿੱਚ ਕੀ ਆ, ਬੱਸ ਦੇ ਨਾਲ ਚੇਂਜ ਉਹਨੇ ਮੂਵ ਕਰਨਾ ਸ਼ੁਰੂ ਕੀਤਾ, ਤਾਂ ਬੱਸ ਦੀ ਲੈਂਥ ਆਪਾਂ ਉਹ ਨਹੀਂ ਦੇਖਦੇ ਕਿ ਆਪਾਂ ਛੋਟੀ ਬੱਸ ਦੇ ਵਿੱਚ ਗਏ ਹਾਂ ਜਾਂ ਵੱਡੀ ਬੱਸ ਦੇ ਵਿੱਚ ਗਏ ਹਾਂ, ਬਟ ਆਪਾਂ ਕੀ ਕੰਸੀਡਰ ਕਰਦੇ ਹਾਂ ਕਿ ਆਪਾਂ ਇੱਕ ਤੋਂ ਦੂਜੀ ਜਗ੍ਹਾ ਤੱਕ ਚਲੇ ਗਏ। ਤਾਂ ਆਪਣੇ ਲਈ ਕੀ ਹੈ, ਡਾਇਮੈਂਸ਼ਨਸ ਕੀ ਜ਼ਰੂਰੀ ਨਹੀਂ ਰਹਿੰਦੀਆਂ, ਤਾਂ ਕਿਹਦੇ ਕੰਪੈਰੀਜ਼ਨ ਕਿ ਆਪਾਂ ਕਿੰਨੀ ਡਿਸਟੈਂਸ ਕਵਰ ਕੀਤੀ ਹੋਈ ਹੈ। ਹੁਣ ਇਸੇ ਤਰ੍ਹਾਂ ਆਪਣੇ ਕੋਲ ਕੀ ਜੇ ਬੱਸ ਦਾ ਆਪਣੇ ਕੋਲ ਕੀ ਫਾਈਨਾਈਟ ਸਾਈਜ਼ ਹੈਗਾ, ਕਿ ਇੱਕ ਪਰਟੀਕੂਲਰ ਸਾਈਜ਼ ਹੁੰਦਾ ਹੈ, ਤਾਂ ਵੀ ਆਪਣੇ ਕੋਲ ਕੀ ਜੇ ਮੋਸ਼ਨ ਦੀ ਆਪਾਂ ਸਟੱਡੀ ਕਰਨੀ ਆ ਤਾਂ ਉਹਦੇ ਵਿੱਚ ਕੋਈ ਉਹਨੇ ਇਫੈਕਟ ਨਹੀਂ ਪਾਉਣਾ। ਅਤੇ ਇਸੇ ਕਰਕੇ ਮਕੈਨਿਕਸ ਦੇ ਵਿੱਚ ਜਿਹੜਾ ਪਾਰਟੀਕਲ ਆ ਤਾਂ ਉਹ ਆਪਣੇ ਕੋਲ ਕੀ ਆ, ਜਿਓਮੈਟਰੀਕਲ ਮਾਸ ਪੁਆਇੰਟ ਹੋਊਗਾ ਜਾਂ ਉਸ ਮਟੀਰੀਅਲ ਬੋਡੀ ਦਾ, ਉਹ ਕਿ ਨੈਗਲੀਜੀਬਲ ਡਾਇਮੈਂਸ਼ਨਸ, ਕਿ ਉਹਨਾਂ ਦੀ ਡਾਇਮੈਂਸ਼ਨਸ ਬਹੁਤ ਜ਼ਿਆਦਾ ਘੱਟ ਹੋਣੀਆਂ ਚਾਹੀਦੀਆਂ, ਉਹ ਕਿ ਡਿਸਟਰਬ ਨਹੀਂ ਕਰਨਾ ਚਾਹੁੰਦਾ ਜਾਂ ਉਹ ਡਿਸਟਰਬ ਨਹੀਂ ਕਰ ਸਕਦਾ ਉਸ ਬੋਡੀ ਜਾਂ ਆਬਜੈਕਟ ਦੇ ਮੋਸ਼ਨ ਨੂੰ। ਤਾਂ ਹੁਣ ਇਸੇ ਤਰ੍ਹਾਂ ਆਪਣੇ ਕੋਲ ਇਹ ਮੋਸ਼ਨ 1, 2 ਔਰ 3 ਡਾਇਮੈਂਸ਼ਨਸ ਦੇ ਵਿੱਚ, ਕਿ ਜੇ ਹੁਣ ਆਪਣੇ ਕੋਲ ਕੋਈ ਵੀ ਇੱਕ ਕੋਆਰਡੀਨੇਟ ਐਕਸਿਸ ਦਿੱਤੇ ਹੋਇਆ, ਮਤਲਬ 3 ਐਕਸਿਸ ਨੇ, X, Y ਅਤੇ Z, ਤਾਂ ਤਿੰਨੋਂ ਐਕਸਿਸ ਦੇ ਵਿੱਚ ਜੇ ਕੋਈ ਪਾਰਟੀਕਲ ਪਿਆ ਜਾਂ ਇੱਕ ਐਕਸਿਸ ਦੇ ਅਲੋਂਗ ਪਾਰਟੀਕਲ ਨੇ ਮੂਵ ਕਰਨਾ ਸ਼ੁਰੂ ਕੀਤਾ, ਤਾਂ ਆਪਾਂ ਦੇਖਣਾ ਕਿ ਕੀ ਚੇਂਜਸ ਆ ਰਹੇ ਨੇ। ਤਾਂ ਹੁਣ ਦੇਖੋ ਜੇ ਆਪਣੇ ਕੋਲ ਕੋਈ ਵੀ ਪਾਰਟੀਕਲ P ਆ, ਤਾਂ ਉਹਦੀ ਡਾਇਮੈਂਸ਼ਨਸ ਕੀ ਨੇ, X1, Y1, Z1, ਮਤਲਬ ਉਹ ਤਿੰਨੋਂ ਐਕਸਿਸ ਦੇ ਵਿੱਚ ਮੂਵ ਕਰ ਰਿਹਾ। ਅਤੇ P ਤੋਂ Q ਤੱਕ ਚਲ ਗਿਆ, ਤਾਂ ਉਹਦੀ ਡਾਇਮੈਂਸ਼ਨਸ ਕਿੰਨਾ ਹੋ ਗਏ, ਚੇਂਜ ਹੋ ਗਏ, X2, Y2, Z2। ਤਾਂ ਇੰਨਾ ਚੇਂਜ ਆ ਗਿਆ ਜਦੋਂ ਇਸ ਬੋਡੀ ਜਾਂ ਆਬਜੈਕਟ ਨੇ ਮੋਸ਼ਨ ਦੇ ਵਿੱਚ ਸੈੱਟ ਹੋਣਾ ਹੈ। ਤਾਂ ਓਰੀਜਨ ਤੋਂ P ਤੱਕ ਦੀ ਡਿਸਟੈਂਸ ਆਪਣੇ ਕੋਲ Y ਐਕਸਿਸ ਅਲੋਂਗ ਕਿੰਨੀ ਆ, Y1, ਜਦੋਂ Q ਤੱਕ ਚਲ ਗਿਆ ਸੀ ਤਾਂ ਕਿੰਨੀ ਆ, Y2। ਇਸੇ ਤਰ੍ਹਾਂ X1 ਅਤੇ X2 ਓਰੀਜਨ ਤੋਂ ਆਪਾਂ ਡਿਸਟੈਂਸ ਦੇਖਣੀ ਆ P ਅਤੇ Q ਦੀਆਂ, ਅਤੇ ਇਸੇ ਤਰ੍ਹਾਂ Z ਐਕਸਿਸ ਦੇ ਅਲੋਂਗ P ਅਤੇ Q ਦੀਆਂ ਡਿਸਟੈਂਸ ਆਪਾਂ ਓਰੀਜਨ ਤੋਂ ਨੋਟ ਕਰਨੀ ਆ। ਤਾਂ ਹੁਣ ਇਹਨਾਂ ਦੇ ਵਿੱਚ ਆਪਣੇ ਕੋਲ ਕੀ ਆ, ਸਭ ਤੋਂ ਪਹਿਲਾਂ ਤਾਂ ਹੈ 1 ਡਾਇਮੈਂਸ਼ਨਲ ਮੋਸ਼ਨ, ਕਿ ਜਦੋਂ ਕੋਈ ਵੀ ਆਪਾਂ ਨੂੰ ਪਾਰਟੀਕਲ ਜਾਂ ਆਬਜੈਕਟ ਦਿੱਤਾ ਹੋਇਆ, ਉਹਦੇ ਮੋਸ਼ਨ ਨੂੰ ਸਪੈਸੀਫਾਈ ਕਰਨ ਦੇ ਲਈ ਆਪਾਂ ਨੂੰ ਸਿਰਫ ਇੱਕ ਡਾਇਮੈਂਸ਼ਨ ਦੀ ਲੋੜ ਪੈਂਦੀ ਹੈ 3 ਕੋਆਰਡੀਨੇਟ ਦੇ ਵਿੱਚੋਂ, ਤਾਂ ਉਹ ਮੋਸ਼ਨ ਆਪਣੇ ਕੋਲ ਕਿਹੜਾ ਹੋ ਜਾਊਗਾ, 1 ਡਾਇਮੈਂਸ਼ਨਲ ਮੋਸ਼ਨ। ਤਾਂ ਹੁਣ ਇਹਦੇ ਵਿੱਚ ਆਪਾਂ ਕੀ ਦੇਖ ਸਕਦੇ ਹਾਂ ਕਿ ਆਬਜੈਕਟ ਇੱਕ ਸਟ੍ਰੇਟ ਲਾਈਨ ਦੇ ਅਲੋਂਗ ਮੂਵ ਕਰਦਾ, ਜਿਵੇਂ ਟ੍ਰੇਨ ਆ ਇੱਕ ਸਟ੍ਰੇਟ ਰੇਲਵੇ ਟਰੈਕ ਦੇ ਅਲੋਂਗ ਉਹਨੇ ਮੂਵ ਕਰਨਾ ਸ਼ੁਰੂ ਕੀਤਾ। ਇੱਕ ਪਰਸਨ, ਇੱਕ ਮੈਨ ਆ ਕਿ ਇੱਕ ਲੈਵਲ ਰੋਡ 'ਤੇ ਉਹਨੇ ਲਗਾਤਾਰ ਤੁਰਨਾ ਸ਼ੁਰੂ ਕੀਤਾ, ਵਾਕ ਕਰਨੀ ਸ਼ੁਰੂ ਕੀਤੀ ਆ, ਤਾਂ ਇੱਕ ਸਟ੍ਰੇਟ ਲਾਈਨ ਦੇ ਅਲੋਂਗ ਮੂਵ ਕਰ ਰਿਹਾ, ਤਾਂ ਉਹ ਆਪਣੇ ਕੋਲ ਕੀ ਹੋ ਜਾਊਗਾ, 1 ਡਾਇਮੈਂਸ਼ਨਲ ਮੋਸ਼ਨ। ਇਸੇ ਤਰ੍ਹਾਂ ਨੈਕਸਟ ਹੈ 2 ਡਾਇਮੈਂਸ਼ਨਲ ਮੋਸ਼ਨ, ਕਿ ਹੁਣ ਜੇ ਆਪਾਂ ਨੂੰ ਆਬਜੈਕਟ ਜਾਂ ਕੋਈ ਬੋਡੀ ਦਿੱਤੀ ਆ ਤਾਂ ਉਹਦਾ ਮੋਸ਼ਨ 2 ਡਾਇਮੈਂਸ਼ਨਲ ਕਦੋਂ ਹੋਊਗਾ, ਜਦੋਂ ਆਪਾਂ ਨੂੰ 3 ਕੋਆਰਡੀਨੇਟਸ ਦੇ ਵਿੱਚੋਂ 2 ਕੋਆਰਡੀਨੇਟ ਚਾਹੀਦੇ ਨੇ ਸਿਰਫ ਉਹਦੇ ਮੋਸ਼ਨ ਨੂੰ ਸਪੈਸੀਫਾਈ ਕਰਨ ਦੇ ਲਈ।
ਜਿਵੇਂ ਆਬਜੈਕਟ ਕਿ ਇੱਕ ਪਲੇਨ ਦੇ ਵਿੱਚ ਮੂਵ ਕਰ ਰਿਹਾ, ਕਿ ਜੇ ਹੁਣ ਆਪਾਂ ਫਰਸ਼ ਦੇ ਉੱਪਰ ਕੋਈ ਗੇਂਦ ਨੂੰ ਮੂਵ ਕਰਵਾਉਂਦੇ ਆ ਤਾਂ ਉਹ ਕਿ ਐਕਸ ਤੇ ਵਾਈ ਐਕਸਿਸ ਦੇ ਅਲੋਂਗ ਹੀ ਮੂਵ ਕਰਨਾ, ਉਹਨੇ ਉੱਪਰ ਵੱਲ ਤਾਂ ਜਾਣਾ ਨਹੀਂ ਹੁੰਦਾ ਕਦੇ ਵੀ, ਗੇਂਦ ਨੇ ਸਿਰਫ ਥੱਲੇ ਹੀ ਮੂਵ ਕਰੂਗੀ। ਤਾਂ ਕਿ ਇਸ ਤਰ੍ਹਾਂ ਦੇ ਮੋਸ਼ਨ ਨੂੰ ਸਪੈਸੀਫਾਈ ਕਰਨ ਦੇ ਲਈ ਆਪਣੇ ਕੋਲ ਇੱਕ ਪਲੇਨ ਚਾਹੀਦਾ ਹੁੰਦਾ। ਨੈਕਸਟ ਹੈ 3 ਡਾਇਮੈਂਸ਼ਨਲ ਮੋਸ਼ਨ, ਕਿ ਜਦੋਂ ਆਪਾਂ ਕਿਸੇ ਆਬਜੈਕਟ ਜਾਂ ਬਾਡੀ ਦੇ ਮੋਸ਼ਨ ਨੂੰ ਸਪੈਸੀਫਾਈ ਕਰਨ ਦੇ ਲਈ 3 ਕੋਆਰਡੀਨੇਟਸ ਦੇ ਵਿੱਚੋਂ 3 ਕੋਆਰਡੀਨੇਟਸ ਹੀ ਚਾਹੀਦੇ ਹੁੰਦੇ ਆ, ਤਾਂ ਉਹ ਆਪਣੇ ਕੋਲ ਕੀ ਹੋ ਜਾਊਗਾ 3 ਡਾਇਮੈਂਸ਼ਨਲ ਸਪੇਸ। ਹੁਣ ਇੱਦਾਂ ਦਾ ਮੋਸ਼ਨ ਆਪਣੇ ਕੋਲ ਨਾ ਤਾਂ ਸਟ੍ਰੇਟ ਲਾਈਨ ਦੇ ਅਲੋਂਗ ਹੋਊਗਾ ਨਾ ਹੀ ਪਲੇਨ ਦੇ ਵਿੱਚ ਹੋਊਗਾ, ਇਹ ਕਿਵੇਂ ਹੋਊਗਾ ਹਮੇਸ਼ਾ ਹੀ ਸਪੇਸ ਦੇ ਵਿੱਚ। ਤਾਂ ਹੁਣ ਉਹ ਆਪਣੇ ਕੋਲ ਕੀ ਹੋ ਜਾਊਗਾ ਕਿ ਆਪਾਂ ਇੱਕ ਪਤੰਗ ਉਡਾ ਰਹੇ ਹਾਂ, ਇੱਕ ਬਰਡ ਆਰਡਰ ਹੈ ਜਾਂ ਐਰੋਪਲੇਨ ਆਰਡਰ ਹੈ, ਤਾਂ ਉਹ ਸਾਰਾ ਆਪਣੇ ਕੋਲ ਕੀ ਹੈ 3 ਡਾਇਮੈਂਸ਼ਨਲ ਦੇ ਵਿੱਚ ਜਾਊਗਾ। ਨੈਕਸਟ ਹੈ ਮੋਸ਼ਨ ਅਲੋਂਗ ਅ ਸਟ੍ਰੇਟ ਲਾਈਨ, ਪਾਥ ਲੈਂਥ ਐਂਡ ਡਿਸਪਲੇਸਮੈਂਟ। ਪਾਥ ਲੈਂਥ ਆਪਣੇ ਕੋਲ ਕੀ ਆ ਕਿ ਕਿਸੇ ਵੀ ਆਬਜੈਕਟ ਨੇ ਕਿੰਨੇ ਦਿੱਤੇ ਹੋਏ ਟਾਈਮ ਦੇ ਵਿੱਚ ਡਿਸਟੈਂਸ ਕਵਰ ਕੀਤੀ ਹੈ, ਤਾਂ ਉਹ ਆਪਣੇ ਕੋਲ ਕੀ ਹੋ ਜਾਊਗੀ ਪਾਥ ਲੈਂਥ। ਹੁਣ ਇਹਦੇ ਲਈ ਆਪਾਂ ਕੀ ਸਪੋਜ਼ ਕਰਦੇ ਹਾਂ ਕਿ ਕੋਈ ਵੀ ਆਬਜੈਕਟ ਆ ਉਹ ਕਿ ਇੱਕ ਸਟ੍ਰੇਟ ਲਾਈਨ ਦੇ ਅਲੋਂਗ ਮੂਵ ਕਰ ਰਿਹਾ, ਤਾਂ ਆਪਾਂ ਇਹਦੇ ਲਈ ਕਿਹੜਾ ਐਕਸਿਸ ਚੂਜ਼ ਕੀਤਾ ਹੈ ਐਕਸ ਐਕਸਿਸ। ਤਾਂ ਹੁਣ ਓਰੀਜਨ ਆਪਣੇ ਕੋਲ ਕੀ ਹੋ ਜਾਊਗਾ ਉਹ ਜਿੱਥੋਂ ਆਬਜੈਕਟ ਨੇ ਚੱਲਣਾ ਸ਼ੁਰੂ ਕੀਤਾ, ਤੇ ਟਾਈਮ ਆਪਣੇ ਕੋਲ ਕਿੰਨਾ ਉੱਥੇ 0। ਤਾਂ ਜਿਵੇਂ ਜਿਵੇਂ ਟਾਈਮ ਵਧੀ ਜਾਂਦਾ ਆਬਜੈਕਟ ਕੀ ਮੂਵ ਕਰਨਾ ਸ਼ੁਰੂ ਕਰਦਾ, ਤਾਂ ਟਾਈਮ ਦੀ ਵੈਲਿਊ ਪਹਿਲਾਂ ਕਿੰਨੀ ਸੀਗੀ ਆਪਣੇ ਕੋਲੇ 0। ਤਾਂ ਜਦੋਂ t ਦੀ ਵੈਲਿਊ 0 ਤੋਂ t 1 ਹੋ ਗਈ ਤਾਂ ਆਬਜੈਕਟ ਕਿੱਥੇ ਪਹੁੰਚ ਗਿਆ a ਦੇ ਉੱਪਰ, ਤਾਂ ਉਹਨੇ ਕਿੰਨੀ ਡਿਸਟੈਂਸ ਕਵਰ ਕੀਤੀ x1, ਮਤਲਬ ਇਹੀ ਇਹਦੀ ਪਾਥ ਲੈਂਥ ਆ। ਹੁਣ ਉਹਨੇ a ਤੋਂ b ਤੱਕ ਆਉਣਾ ਮਤਲਬ ਵਾਪਸ ਆਉਣਾ ਸ਼ੁਰੂ ਕੀਤਾ, ਤਾਂ ਟਾਈਮ ਦੀ ਵੈਲਿਊ ਤਾਂ ਫਿਰ ਲਗਾਤਾਰ ਵਧੀ ਜਾਣੀ ਆ। ਤਾਂ t1 ਤੋਂ ਟਾਈਮ ਕਿੰਨਾ ਹੋ ਗਿਆ ਹੁਣ t2, ਤਾਂ ਹੁਣ ਉਹਨੇ ਕਿੰਨੀ ਡਿਸਟੈਂਸ ਕਵਰ ਕੀਤੀ ਆ a ਤੋਂ b ਤੱਕ ਦੀ x2। ਫਿਰ b ਤੋਂ ਉਹਨੇ o ਤੱਕ ਵਾਪਸ ਆਉਣਾ, ਤਾਂ ਟਾਈਮ ਦੀ ਵੈਲਿਊ ਵੱਧ ਕੇ ਕਿੰਨੀ ਹੋ ਗਈ ਹੁਣ t3। ਤਾਂ ਫਿਰ ਹੁਣ ਕਿੰਨੀ ਡਿਸਟੈਂਸ ਕਵਰ ਕਰ ਲਈ ਉਹਨੇ x3। ਹੁਣ ਆਪਾਂ ਟੋਟਲ ਡਿਸਟੈਂਸ ਦੇਖਦੇ ਹਾਂ ਕਿ ਕਿੰਨੀ ਕਵਰ ਕੀਤੀ, ਤਾਂ t1 ਦੇ ਵਿੱਚ ਕਿੰਨੀ ਕੀਤੀ ਆ o ਤੋਂ a ਤੱਕ ਦੀ, ਤਾਂ ਉਹ ਕਿੰਨੀ ਹੋ ਗਈ x1। ਫਿਰ t2 ਟਾਈਮ ਦੇ ਵਿੱਚ o ਤੋਂ a ਤੱਕ ਗਿਆ, ਫਿਰ a ਤੋਂ b ਤੱਕ ਵਾਪਸ ਆਇਆ, ਮਤਲਬ x1 + x2। ਫਿਰ o ਤੋਂ a ਤੱਕ ਪਹਿਲਾਂ ਗਿਆ ਸੀ t3 ਟਾਈਮ ਦੇ ਵਿੱਚ, a ਤੋਂ b ਤੱਕ ਵਾਪਸ ਆਇਆ, ਫਿਰ b ਤੋਂ o ਤੱਕ ਵਾਪਸ ਆਇਆ, ਮਤਲਬ x1 + x2 + x3। ਨੈਕਸਟ ਹੈ ਆਪਣੇ ਕੋਲ ਡਿਸਪਲੇਸਮੈਂਟ, ਕਿ ਡਿਸਟੈਂਸ ਕਿਸੇ ਵੀ ਆਬਜੈਕਟ ਨੇ ਜਿੰਨੀ ਕਵਰ ਕੀਤੀ ਹੈ ਬਟ ਉਹ ਕਵਰ ਕਿਵੇਂ ਕਰੂਗਾ, ਇੱਕ ਪਰਟੀਕੂਲਰ ਡਾਇਰੈਕਸ਼ਨ ਹੋਊਗੀ ਕਿ ਉਹਨੇ ਲੈਫਟ ਰਾਈਟ ਟੌਪ ਬਾਟਮ ਕਿੱਧਰ ਮੂਵ ਕਰਨਾ, ਨਾਰਥ ਸਾਊਥ ਈਸਟ ਵੈਸਟ, ਆਪਾਂ ਕਿੱਧਰ ਗੱਲ ਕਰ ਰਹੇ ਹਾਂ ਕਿ ਉਸ ਆਬਜੈਕਟ ਜਾਂ ਬਾਡੀ ਨੇ ਕਿਹੜੀ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਸ਼ੁਰੂ ਕੀਤਾ, ਤਾਂ ਉਹ ਆਪਣੇ ਕੋਲ ਕੀ ਹੋਊਗੀ ਡਿਸਪਲੇਸਮੈਂਟ। ਬਟ ਇਹਦੇ ਵਿੱਚ ਆਪਣੇ ਕੋਲ ਇੱਕ ਪਰਟੀਕੂਲਰ ਡਾਇਰੈਕਸ਼ਨ ਨਹੀਂ ਸੀ, ਜਿਵੇਂ ਉਹਦਾ ਦਿਲ ਕੀਤਾ ਉਹ ਉਵੇਂ ਹੀ ਮੂਵ ਕਰ ਗਿਆ। ਤਾਂ ਡਿਸਪਲੇਸਮੈਂਟ ਵਿੱਚ ਕੀ ਆ ਉਹਦਾ ਮੈਗਨੀਟਿਊਡ ਵੀ ਹੁੰਦਾ ਹੈ ਤੇ ਡਾਇਰੈਕਸ਼ਨ ਵੀ ਹੁੰਦਾ। ਇਸੇ ਕਰਕੇ ਇਹ ਆਪਣੇ ਕੋਲ ਇੱਕ ਵੈਕਟਰ ਕੁਆਂਟੀਟੀ, ਵੈਕਟਰ ਕੁਆਂਟੀਟੀਜ਼ ਕਿਹੜੀਆਂ ਨੇ ਕਿ ਕਿਸੇ ਵੀ ਮੋਸ਼ਨ ਨੂੰ ਜੇ ਆਪਾਂ ਐਕਸਪ੍ਰੈਸ ਕਰਨਾ ਚਾਹੁੰਦੇ ਹਾਂ ਜਾਂ ਕਿਸੇ ਕੁਆਂਟੀਟੀ ਨੂੰ, ਤਾਂ ਉਹਨੂੰ ਐਕਸਪ੍ਰੈਸ ਕਰਨ ਦੇ ਲਈ ਉਹਦਾ ਮੈਗਨੀਟਿਊਡ ਮਤਲਬ ਨੂਮੈਰੀਕਲ ਵੈਲਿਊ ਤੇ ਡਾਇਰੈਕਸ਼ਨ ਕਿ ਕਿੱਧਰ ਨੂੰ ਮੂਵ ਕੀਤਾ, ਦੋਨੋਂ ਚੀਜ਼ਾਂ ਹੋਣੀਆਂ ਜ਼ਰੂਰੀ ਨੇ। ਤਾਂ ਇਸੇ ਤਰ੍ਹਾਂ ਆਪਾਂ ਨੈਕਸਟ ਹੈ ਕਿ ਜੇ ਆਪਾਂ ਡਿਸਪਲੇਸਮੈਂਟ ਨੂੰ ਆਪਾਂ ਐਕਸਪ੍ਰੈਸ ਕਰਨਾ ਚਾਹੁੰਦੇ ਹਾਂ 2 ਡਾਇਰੈਕਸ਼ਨ ਦੇ ਵਿੱਚ, ਤਾਂ ਆਪਾਂ ਪਲੱਸ ਤੇ ਮਾਈਨਸ ਦਾ ਸਾਈਨ ਨਾਲ ਲਿਖ ਸਕਦੇ ਹਾਂ, ਮਤਲਬ ਕੀ ਹੈ ਵੈਕਟਰ ਦਾ ਸਾਈਨ ਉਹਨਾਂ ਦੇ ਉੱਪਰ ਪਾਉਣ ਦੀ ਫਿਰ ਲੋੜ ਨਹੀਂ ਰਹੂਗੀ। ਤਾਂ ਹੁਣ ਨੈਕਸਟ ਆਪਣੇ ਕੋਲ ਦੇਖੋ ਕਿ ਜੇ ਹੁਣ ਆਪਾਂ ਪਲੱਸ ਤੇ ਮਾਈਨਸ ਦਾ ਸਾਈਨ ਪਾਉਣਾ, ਬਟ ਉਹ ਕਿਵੇਂ ਪਾਉਣਾ ਹੈ ਕਿ ਜੇ ਡਿਸਪਲੇਸਮੈਂਟ ਆਪਣੇ ਕੋਲ ਰਾਈਟ ਸਾਈਡ ਵੱਲ ਜਾ ਰਹੀ ਹੈ ਮਤਲਬ ਫਾਰਵਰਡ ਆ, ਤਾਂ ਪੋਜ਼ਿਟਿਵ, ਜੇ ਨੈਗੇਟਿਵ ਹੈਗੀ ਆ ਨੈਗੇਟਿਵ ਸਾਈਨ ਆਪਾਂ ਕਦੋਂ ਸ਼ੋਅ ਕਰਨਾ ਜਦੋਂ ਬੈਕਵਰਡ ਜਾਣਾ ਸ਼ੁਰੂ ਕੀਤਾ ਜਾਂ ਲੈਫਟ ਸਾਈਡ ਦੇ ਵੱਲ ਜਾਣਾ ਸ਼ੁਰੂ ਕੀਤਾ। ਤਾਂ ਇਸੇ ਕਰਕੇ ਡਿਸਪਲੇਸਮੈਂਟ ਦੇਖਣੀ ਆਪਾਂ t1 ਟਾਈਮ ਦੇ ਲਈ, ਤਾਂ o ਤੋਂ a ਤੱਕ ਲਈ ਉਹ ਕਿੰਨੀ ਹੋ ਜਾਊਗੀ ਆਪਣੇ ਕੋਲੇ o ਤੋਂ a ਤੱਕ ਦੀ ਕਿੰਨੀ ਡਿਸਟੈਂਸ ਸੀਗੀ x1, ਸਟਾਰਟਿੰਗ ਦੇ ਵਿੱਚ ਕਿੱਥੇ ਸੀਗਾ ਓਰੀਜਨ ਤੇ, ਮਤਲਬ 0 ਡਿਸਟੈਂਸ ਕਵਰ ਕੀਤੀ ਸੀ, ਤਾਂ x1 - 0 ਫਾਈਨਲ ਮਾਈਨਸ ਇਨੀਸ਼ੀਅਲ। ਫਿਰ t2 ਟਾਈਮ ਦੇ ਵਿੱਚ ਆਪਣੇ ਕੋਲੇ ਪਹਿਲਾਂ ਕਿੰਨੀ ਸੀਗੀ o ਤੋਂ ਲੈ ਕੇ a ਤੱਕ ਦੀ x1, ਫਿਰ ਕਿੱਥੇ ਆ ਗਿਆ ਉਹਨੇ x2, ਉਹਦੇ ਵਿੱਚ ਕਵਰ ਕਰ ਲਈ ਤਾਂ ਘੱਟ ਜੂਗੀ ਤਾਂ b 'ਤੇ ਪਹੁੰਚ ਗਿਆ, ਤਾਂ x1 - x2। ਫਿਰ ਆਪਾਂ ਟਾਈਮ t3 ਦੇ ਵਿੱਚ ਦੇਖਣਾ ਹੈ o ਤੋਂ ਪਹਿਲਾਂ ਉਹ ਕਿਸਮੇ ਉਹ a ਤੱਕ ਗਿਆ t1 ਦੇ ਵਿੱਚ, ਫਿਰ t2 ਹੋ ਗਿਆ ਤਾਂ a ਤੋਂ b ਤੱਕ ਆ ਗਿਆ, ਤਾਂ t3 ਦੇ ਵਿੱਚ ਕੀ ਉਹ ਆਬਜੈਕਟ o ਦੇ ਉੱਪਰ ਹੀ ਵਾਪਸ ਆ ਰਿਹਾ ਜਿੱਥੋਂ ਉਹਨੇ ਚੱਲਣਾ ਸ਼ੁਰੂ ਕੀਤਾ ਸੀ, ਮਤਲਬ ਉਹਨੇ ਕੋਈ ਵੀ ਡਿਸਟੈਂਸ ਕਵਰ ਨਹੀਂ ਕੀਤੀ ਹੋਈ। ਤਾਂ ਇਸੇ ਕਰਕੇ ਡਿਸਪਲੇਸਮੈਂਟ ਆਪਣੇ ਕੋਲ ਕਿੰਨੀ ਹੋ ਜਾਊਗੀ 0, ਜਿੱਥੋਂ ਚੱਲਣਾ ਸ਼ੁਰੂ ਕੀਤਾ ਆਬਜੈਕਟ ਨੇ ਉਹ ਉੱਥੇ ਹੀ ਵਾਪਸ ਆ ਰਿਹਾ। ਹੁਣ ਉਸ ਤੋਂ ਬਾਅਦ ਨੈਕਸਟ ਦੇਖੋ ਆਪਣੇ ਕੋਲ ਕਿ ਆਪਣੇ ਕੋਲ ਕੀ ਰਿਜ਼ਲਟ ਨਿਕਲੇ, ਕੀ ਕਨਕਲੂਜਨਸ ਨਿਕਲੇ ਨੇ ਕਿ ਜਿਹੜੀ ਡਿਸਪਲੇਸਮੈਂਟ ਆ ਉਹਦੇ ਵਿੱਚ ਕੀ ਯੂਨਿਟਸ ਹਮੇਸ਼ਾ ਹੀ ਕਿਹਦੀਆਂ ਹੁੰਦੀਆਂ ਨੇ ਲੈਂਥ ਦੀਆਂ। ਸਿਰਫ ਡਿਫਰੈਂਸ ਕਿੱਥੇ ਆਉਂਦਾ ਹੈ ਕਿ ਡਿਸਪਲੇਸਮੈਂਟ ਦੇ ਲਈ ਆਪਣੇ ਕੋਲ ਇੱਕ ਪਰਟੀਕੂਲਰ ਡਾਇਰੈਕਸ਼ਨ ਹੁੰਦੀ ਹੈ ਕਿ ਕਿਹੜੀ ਡਾਇਰੈਕਸ਼ਨ ਦੇ ਵਿੱਚ ਉਹਨੇ ਮੂਵ ਕਰਨਾ। ਤੇ ਨੈਕਸਟ ਨੇ ਹੈ ਸੈਕੰਡ ਪੁਆਇੰਟ ਕਿ ਡਿਸਪਲੇਸਮੈਂਟ ਜੇ ਆਪਾਂ ਕਿਸੇ ਵੀ ਆਬਜੈਕਟ ਦੀ ਕਿਸੇ ਦਿੱਤੇ ਹੋਏ ਟਾਈਮ ਇੰਟਰਵਲ ਦੇ ਵਿੱਚ ਮੈਜਰ ਕਰ ਰਹੇ ਹਾਂ ਤਾਂ ਇਹ ਤਿੰਨੋਂ ਵੈਲਿਊਜ਼ ਹੋ ਸਕਦੇ ਨੇ ਪੋਜ਼ਿਟਿਵ, 0 ਤੇ ਨੈਗੇਟਿਵ। ਹੁਣ ਜਿਹੜੀ ਐਕਚੁਅਲ ਡਿਸਟੈਂਸ ਕਿਸੇ ਆਬਜੈਕਟ ਨੇ ਕਵਰ ਕੀਤੀ ਹੈ ਦਿੱਤੇ ਹੋਏ ਟਾਈਮ ਇੰਟਰਵਲ ਦੇ ਵਿੱਚ ਉਹ ਕਿਹਦੇ ਇਕੁਅਲ ਹੋ ਸਕਦੀ ਆ, ਇਜ਼ ਇਦਰ ਇਕੁਅਲ ਟੂ ਔਰ ਗ੍ਰੇਟਰ ਦੈਨ, ਕਿ ਜਿੰਨੀ ਡਿਸਪਲੇਸਮੈਂਟ ਕਵਰ ਕੀਤੀ ਸੀ ਉਹਦੇ ਤੋਂ ਜ਼ਿਆਦਾ ਜਾਂ ਉਹਦੇ ਇਕੁਅਲ, ਕਿ ਕਿੰਨੀ ਐਕਚੁਅਲ ਡਿਸਟੈਂਸ ਕਵਰ ਕਰਕੇ ਆਇਆ ਹੋਇਆ।
तो डिसप्लेसमेंट किसी भी ऑब्जैक्ट के दो पॉइंट्स के विचकार आपां नूं ये कदे नहीं दस रही कि ऑब्जैक्ट ने किवें मूव किया कि किवें मूव करके आ रहा सीगा। हुण डिसप्लेसमेंट तो अपने कोले की सीगा सिर्फ उन्हां दा मैगनीट्यूड ते डायरैक्शन आपां नूं पता लग गई। तो फोर्थ पॉइंट दोबारा देख लो कि डिसप्लेसमेंट ऑफ एन ऑब्जैक्ट बिटवीन टू पॉइंट्स डज नॉट टेल एग्जैक्टली पूरी तरह नहीं दसूगा आपां नूं कि ऑब्जैक्ट किवें मूव करके आया। फिर नैक्सट है वैन द ऑब्जैक्ट इज स्टेशनरी कि जे हुण अपने कोले ऑब्जैक्ट इक्को जगह के उपर पिया रैसट के उपर स्टेशनरी आ तो उन्होंने किवें आपां जे ग्राफ दे विच शो करना चाहुंदे आ तो किवें हो जाऊगा। तो ओरिजिन तो किन्नी डिस्टेंस के उपर पिया है ए दे उपर टाइम तो लगातार वधी जाता है बट वो की सिर्फ एक डिस्टेंस एक पर्टिकुलर पोजीशन के उपर ही पिया। तो इस करके अपने को ग्राफ किवें आ जाऊगा स्ट्रेट लाइन बट स्ट्रेट लाइन किवें आ रही है पैरेलल टू टाइम एक्सिस। वैन दी ऑब्जैक्ट पोजैस यूनीफॉर्म मोशन कि जदों ऑब्जैक्ट ने यूनीफॉर्म मोशन के नाल चलना शुरू किया मतलब उन्होंने सेम टाइम लग रहा मतलब जो पहले 5 मिनट के 10 मीटर की डिस्टेंस कवर कर रहे तो अगले 5 मिनट में भी वो सेम ही कवर कर रहा वध जां घट कवर नहीं कर रहा। तो इस करके ये अपने को यूनीफॉर्म मोशन से वो भी एक स्ट्रेट लाइन आऊगी बट वो स्ट्रेट लाइन अपने को किवें आ रही है ओरिजिन तो शुरू हो रही है तो इनकलाइंड होगी। फिर नैक्सट है जो अपने को ऑब्जैक्ट आ वेयरिंग मोशन आ तो अपने को ग्राफ किवें होगा स्ट्रेट लाइन फॉलो नहीं होगा। नैक्सट है स्पीड एंड वेलोसिटी कि जेडे अपने को स्पीड आ वो की होगी कि किसी भी ऑब्जैक्ट ने कितनी डिस्टेंस कवर की है दिते हुए टाइम के तो वो अपने को की हो जूगी उस ऑब्जैक्ट की स्पीड अपने को की स्केलर क्वांटिटी क्योंकि अपने को की डायरैक्शन नहीं होंगी कि किहड़ी डायरैक्शन के मूव किया। वैक्टर दे विच की सीगे जे आपां किसी क्वांटिटी नूं एक्सप्रैस कर रहे हैं तो वह मैगनीट्यूड तो डायरैक्शन दोनों चीज़ां होनियां चाहिए जरूरी आ तो ही अपने को वैक्टर आऊ। बट जे अपने को सिर्फ मैगनीट्यूड डायरैक्शन नहीं दी हुई तो अपने को की होगा स्केलर। तो इन यूनिट्स की हो जाएगी अपने को सेंटीमीटर पर सैकेंड तो डायमेंशन फॉर्मूला की हो जाएगा m0LT-1। फिर नैक्सट है वेलोसिटी तो ऑब्जैक्ट की डिसप्लेसमेंट के कितना चेंज आ रहा टाइम के नाल तो वो की हो जाएगी वेलोसिटी। हुण फिर देखो इत्थे अपने को की डिस्टेंस की सी कि एक पर्टिकुलर डायरैक्शन के उन्हें मूव नहीं किया बट डिसप्लेसमेंट हमेशा ही एक पर्टिकुलर डायरैक्शन के होगी। तो इस करके डिसप्लेसमेंट के टाइम के नाल जिन्ना चेंज आऊगा वो की होगी वेलोसिटी। हुण इन्हां दे विच आपां देखांगे कि की रिजल्ट ने की मेन पॉइंट्स आ रहे। स्पीड अपने को स्केलर क्वांटिटी आ तो वेलोसिटी का जिन्ना मैगनीट्यूड होगा उस ऑब्जैक्ट के लिए वो अपने को कितना होगा स्पीड किसी भी ऑब्जैक्ट की एक पर्टिकुलर डायरैक्शन के जे होगी तो वो अपने को की आ जाऊगी वेलोसिटी। हुण वेलोसिटी किसी भी ऑब्जैक्ट की पॉजिटिव हो सकती है 0 हो सकती है तो नैगेटिव भी हो सकती है। स्पीड दियाँ इन अदर वर्ड स्पीड ऑफ एन ऑब्जैक्ट कैन नैवर भी नैगेटिव जी स्पीड है किसी भी ऑब्जैक्ट की वो नैगेटिव नहीं आ सकती। तो होर क्या आप नैक्सट पॉइंट 4 था कि किसी भी ऑब्जैक्ट की जी स्पीड है वो सिर्फ आपको क्वांटिटेटिव नॉलेज दिंदी है सिर्फ आपको कि न्यूमैरिकल दसदा कि न्यूमैरिकल वैल्यूज आउंदियां ने मैगनीट्यूड आता ये नहीं दसदा कि वो ऑब्जैक्ट कितना तेज सी जां कितना स्लो सी। किसी भी ऑब्जैक्ट की जी स्पीड दी यूनिट्स सेम होणगियां जिन्नियां अपने को वेलोसिटी दियां आ रही ने। फिर नैक्सट अपने को हैगा यूनीफॉर्म मोशन इन अ स्ट्रेट लाइन कि यूनीफॉर्म मोशन अपने को किया किसी भी ऑब्जैक्ट का यूनीफॉर्म कदों होगा जे उन्हें इक्वल डिसप्लेसमेंट इक्वल इंटरवल्स ऑफ टाइम के दिते हुए टाइम के जे सेम टाइम आ जिवें आपां पहलां एग्जाम्पल ली सी कि पहले 5 मिनट के उन्हें 5 मीटर या 5 किलोमीटर की डिस्टेंस कवर की तो सेम रहना चाहिए। हाउ एवर स्मॉल दीज इंटरवल्स चाहे आप 5 सैकेंड की गल करते हैं चाहे 5 मिनट की है चाहे 1 मिनट की गल करते हैं तो सेम टाइम होगा तो सेम ही डिस्टेंस कवर करूगा वो अपने को की है यूनीफॉर्म मोशन। यूनीफॉर्म स्पीड अपने को की होगी कि रेशो आऊगी कितनी पाथ लेंथ सी तो रेशो कि होगी टाइम इंटरवल की। तो इस करके स्पीड अपने को की होगी पाथ लेंथ अपॉन टाइम इंटरवल। यूनीफॉर्म वेलोसिटी तो ये अपने को वेलोसिटी की होंगी डिसप्लेसमेंट अपॉन टाइम तो उस डिसप्लेसमेंट कवर करने के लिए कितना उन्होंने टाइम लग्या तो यूनीफॉर्म मोशन के होना चाहिए। हम इस तरह डायग्राम के देखो अपने को कि ओरिजिन के उपर कोई भी ऑब्जैक्ट पिया ਜਾਂ ਆਪਾਂ ਕਿਸੇ ਬੋਡੀ ਦੀ ਗੱਲ ਕਰ ਰਹੇ ਸੀ ਤਾਂ ਜਦੋਂ ਇਨੀਸ਼ੀਅਲੀ ਟਾਈਮ ਦੀ ਵੈਲਿਊ 0 ਸੀ ਤਾਂ ਉਹ ਕਿੱਥੇ ਸੀਗਾ ओरिजिन ਦੇ ਉੱਪਰ ਤਾਂ ਟਾਈਮ ਦੀ ਵੈਲਿਊ ਜਦੋਂ ਵੱਧ ਕੇ t ਹੋ ਗਈ ਤਾਂ ਉਹਨੇ ਚੱਲਣਾ ਸ਼ੁਰੂ ਕੀਤਾ ਤਾਂ ਉਹ ਤੋਂ a ਤੱਕ ਪਹੁੰਚ ਗਿਆ ਤਾਂ ਕਿੰਨੀ ਡਿਸਟੈਂਸ ਕਵਰ ਕੀਤੀ ਉਹਨੇ x। ਫਿਰ ਟਾਈਮ ਦੀ ਵੈਲਿਊ ਵੱਧ ਕੇ ਕਿੰਨੀ ਹੋ ਗਈ t ਡੈਸ਼ ਤਾਂ ਉਹ b ਤੇ ਪਹੁੰਚਿਆ ਤਾਂ ਉਹਨੇ ਕਿੰਨੀ ਡਿਸਟੈਂਸ ਕਵਰ ਕੀਤੀ x ਡੈਸ਼। ਤਾਂ ਵੈਲੋਸਿਟੀ ਹੁਣ ਕਿੰਨੀ ਹੁੰਦੀ ਹੈ ਡਿਸਪਲੇਸਮੈਂਟ ਅਪੋਨ ਟਾਈਮ ਤਾਂ ਡਿਸਪਲੇਸਮੈਂਟ ਆਪਣੇ ਕੋਲੇ ਕਿੰਨੀ ਆ ਜੂਗੀ ਜਿੰਨੀ ਫਾਈਨਲ ਡਿਸਟੈਂਸ ਕਵਰ ਕੀਤੀ ਸੀਗੀ ਮਾਈਨਸ ਇਨੀਸ਼ੀਅਲ ਡਿਸਟੈਂਸ ਮਤਲਬ x ਡੈਸ਼ ਮਾਈਨਸ x अपॉन टाइम के कितना चेंज आया फाइनल माइनस इनीशियल टी डैश माइनस टी। तो हम इन्हों की आप रीअरेंज करो क्रॉस मल्टीप्लाई करके तो इक्वेशन की बन जूगी एक्स डैश इज इक्वल टू
x प्लस v टी डैश माइनस टी। हाँ जे आप कहिए कि टाइम की वैल्यू 0 सी कि इनीशियली ही कोई ऑबजैक्ट ए पॉइंट के उपर पिया सी, इत्थे आप इनीशियली ऑबजैक्ट कितने लैके चले थे ओरिजिन के उपर, बट हुण ऑबजैक्ट की मूव कर चुकिया है तो इनीशियली उन्हें कोई ना कोई पोजीशन कवर की हुई सी, इस पोजीशन उपर ए दे उपर पिया सी तो डिस्टेंस कवर किन्नी की उन्हें एक्स नॉट, बट टाइम की वैल्यू जो वध के टी होगी तो वह बी ते पहुँचा तो किन्नी डिस्टेंस कवर की उन्हें एक्स, तो फिर कितना हो जाएगा एक्स इज इक्वल टू एक्स नॉट, एक्स डैश में आप एक्स पुट करा, एक्स नू एक्स नॉट, टी डैश नू टी तो टी नू 0, तो इक्वेशन की बन जूगी एक्स माइनस एक्स नॉट इज इक्वल टू वी टी, बट एक्स माइनस एक्स नॉट कि इक्वल होंगे डिस्टेंस जिन्नी टोटल कवर की हुई है तो उन्होंने आप एस ना शो करते हैं, तो एस इज इक्वल टू वी टी, तो ये सारे पॉइंट्स भी तुसीं नाल रीड करते हैं। थैंक यू।